ਮੰਗਣਗੇ ਸਬੂਤ ਵੀ ਬੇਅਦਬੀ ਤਾਂ ਹੋਈ ਨਹੀਂ, ਹੁਣ ਤਾਂ ਲਾਈਵ ਸੀ, ਬੇਅਦਬੀ ਹੋਈ ਨਹੀਂ, ਤੁਸੀਂ ਫੇਰ ਬੰਦਾ ਮਾਰਤਾ, ਫਿਰ ਬੋਲਣਗੇ। ਇਹਨਾਂ ਨੂੰ ਜਵਾਬ ਹੈ ਕੋਈ? ਇਹਨਾਂ ਨੂੰ ਇੱਕ ਗੱਲ ਦੱਸ ਦਈਏ ਵੀ ਸਾਡੇ 'ਚ ਇੰਨੀ ਕੁ ਗੈਰਤ ਹੈਗੀ ਆ ਵੀ ਅਸੀਂ ਸਾਡੇ ਪਿਓ ਦੀ ਕੋਈ ਪੱਗ ਨੂੰ ਹੱਥ ਪਾਵੇ ਤੇ ਅਸੀਂ ਪੱਗ ਨੂੰ ਹੱਥ ਪਾਉਣ ਦੇ ਦਈਏ। ਹੁਣ ਤੁਸੀਂ ਜੋ ਸਾਨੂੰ ਟੈਗ ਲਾਉਣੇ ਹੋ ਵੀ ਅਸੀਂ ਪਾਪੀ ਆ, ਅਸੀਂ ਪਾਪੀਓ ਹੀ ਸਹੀ, ਪਰ ਅਸੀਂ ਬੇਗੈਰਤ ਨਹੀਂ ਆ ਵੀ ਇਹ ਤਾਂ ਯਾਰ ਜਾਤ ਪਾਤ ਤੇ ਹਮਲਾ। ਅਸੀਂ ਆਇਡੈਂਟੀ ਕਾਰਡ ਜਾਂ ਆਧਾਰ ਕਾਰਡ ਨਹੀਂ ਚੈੱਕ ਕਰਨੇ ਕਿਸੇ ਦੇ ਵੀ ਜੇ ਕੋਈ ਨਿਰਾਦਰ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਉਹਦੇ ਪਹਿਲਾਂ ਆਇਡੈਂਟੀ ਕਾਰਡ ਆਧਾਰ ਕਾਰਡ ਚੈੱਕ ਕਰੀਏ। ਹੁਣ ਜਿਹੜਾ ਨੇ ਜੋ ਮਸਲਾ ਬਣਾਉਣਾ ਬਣਾ ਲਓ, ਇਹ ਤਾਂ ਐਂ ਹੋਊਗਾ ਜੇ ਇਹ ਨਾ ਰੁਕੇ ਤਾਂ। ਇੱਥੇ ਅਸੀਂ ਤਾਂ ਬਾਈ ਇਹ ਕਹਿਤਾ ਵੀ CCTV ਲਾ ਲਿਓ, ਬਸ ਬੇਅਦਬੀ ਦਿਖ ਜਾਏਗੀ। ਅਸੀਂ ਬੇਅਦਬੀ ਦੇਖਣੀ ਵੀ ਕਿਉਂ ਹੈ? ਗੁਰੂ ਤੇ ਪਹਿਰਾ ਲੱਗਦਾ ਸੀ ਪਹਿਲਾਂ, ਜਦੋਂ ਦੇਹੀ ਰੂਪ 'ਚ ਗੁਰੂ ਸਾਹਿਬ ਸੀਗੇ, ਸਿੰਘਾਂ ਦਾ ਪਹਿਰਾ ਲੱਗਦਾ ਹੁੰਦਾ ਸੀ, ਤੇ ਹੁਣ ਸਾਨੂੰ ਪਹਿਰੇ ਹੀ ਲਾਉਣੇ ਪੈਣੇ ਆ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਦੁਸ਼ਟ ਬੇਅਦਬੀ ਕਰਨ ਦੀ ਮਨਸ਼ਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਜਾਂਦਾ ਹੈ, ਜਿਸ ਨੂੰ ਫੜ ਕੇ ਸੋਧਾ ਵੀ ਲਗਾ ਦਿੱਤਾ ਜਾਂਦਾ। ਤੇ ਇਸ ਵੇਲੇ ਅਸੀਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਚੌਂਕ ਦੇ ਵਿੱਚ ਖੜੇ ਹਾਂ, ਜਿੱਥੇ ਦੀਪ ਸਿੱਧੂ ਇੱਕ ਸਮਾਗਮ ਦਾ ਹਿੱਸਾ ਰਹਿੰਦੇ ਨੇ। ਇੱਥੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਸੀਗਾ, ਪਰ ਦੀਪ ਸਿੱਧੂ ਇਸ ਸਮਾਗਮ ਦੇ ਵਿੱਚ ਹਾਜ਼ਰੀ ਤਾਂ ਜ਼ਰੂਰ ਭਰਦੇ ਨੇ, ਪਰ ਉਹਨਾਂ ਦੇ ਵੱਲੋਂ ਇਸ ਮੰਦਭਾਗੀ ਘਟਨਾ ਤੋਂ ਬਾਅਦ ਸਨਮਾਨ ਲੈਣ ਤੋਂ ਵੀ ਜਿਹੜਾ ਇਨਕਾਰ ਇੱਥੇ ਕੀਤਾ ਜਾਂਦਾ ਹੈ। ਸੋ ਦੀਪ ਸਿੱਧੂ ਨਾਲ ਗੱਲਬਾਤ ਕਰਦੇ ਹਾਂ। ਦੀਪ ਭਾਈ, ਕਿਵੇਂ ਵੇਖਦੇ ਹੋ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ? ਕਦੇ ਸਾਡੇ ਹੁਣ ਛੋਟੇ ਗੁਰਦੁਆਰਾ ਸਾਹਿਬਾਨਾਂ ਤੋਂ ਬਾਅਦ ਜੀ ਸਾਡੇ ਇਤਿਹਾਸਕ ਸਥਾਨਾਂ ਨੂੰ ਪਹਿਲਾਂ ਤਖਤ ਨੂੰ ਨਿਸ਼ਾਨਾ ਬਣਾਇਆ ਗਿਆ, ਹੁਣ ਫਿਰ ਅਕਾਲ ਤਖਤ ਸਾਹਿਬ ਪਹੁੰਚ ਗਿਆ ਜੀ। ਦੇਖੋ, ਇਹੀ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਵੀ ਇਹਦੇ ਪਿੱਛੇ ਕੋਈ ਨਾ ਕੋਈ ਸਟੇਟ ਦੀ ਸ਼ੈ ਆ, ਕਿਉਂਕਿ 6 ਸਾਲ ਹੋ ਗਏ ਬਾਈ, 6 ਸਾਲ ਤੋਂ ਅਸੀਂ ਇਨਸਾਫ ਮੰਗ ਰਹੇ ਹਾਂ। ਬੇਅਦਬੀ ਕਰਨ ਵਾਸਤੇ, ਨਿਰਾਦਰ ਕਰਨ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਪਾਪੀ ਰੂਹ ਆਉਂਦੀ ਆ, ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਕਿਤੇ ਨਿਰਾਦਰ ਕਰ ਵੀ ਦਿੱਤਾ ਜਾਂਦਾ। ਹਰ ਵਾਰ ਉਹ ਬੰਦੇ ਫੜੇ ਜਾਂਦੇ ਆ, ਹਰ ਵਾਰ ਉਹਨਾਂ ਨੂੰ ਦਿਮਾਗੀ ਤੌਰ ਤੇ ਸੰਤੁਲਨ ਉਹਨਾਂ ਦਾ ਹੈ ਨਹੀਂ ਸੀ ਇਹ ਕਹਿ ਕੇ, ਤੇ ਇਸ ਕੇਸ ਨੂੰ ਠੱਪ ਕਰ ਦਿੱਤਾ ਜਾਂਦਾ। ਬਰਗਾੜੀ ਤੋਂ ਅਸੀਂ ਦੇਖ ਲਈਏ ਵੀ ਅੱਜ ਤੱਕ ਜੋ ਕੁਝ ਹੋਇਆ ਸਾਨੂੰ ਕਿਸੇ ਨੇ ਨਿਆਂ ਨਹੀਂ ਦਿੱਤਾ। ਫਿਰ ਖਾਲਸੇ ਨੇ ਹੁਣ ਜਿਹੜਾ ਨਿਆਂ ਆਪ ਲੈ ਲਿਆ। ਦੇਖੋ, ਇਹ ਕੋਈ ਸਿੰਬੋਲਿਕ ਗੱਲ ਨਹੀਂ ਹੈ। ਜਦੋਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ। ਆਪਾਂ ਹੁਣੇ ਹੀ ਇਹ ਗੱਲ ਕਰਕੇ ਹਟੇ ਹਾਂ, ਪ੍ਰਗਟ ਗੁਰਾਂ ਕੀ ਦੇ। ਜਦੋਂ ਸਿੱਖਾਂ ਦਾ ਇਹ ਵਿਸ਼ਵਾਸ ਆ ਵੀ ਉਹ ਗੁਰੂ ਸਾਹਿਬ ਆਪ ਉੱਥੇ ਬਿਰਾਜਮਾਨ ਆ, ਗੁਰੂ ਸਾਹਿਬ ਦੀ ਪ੍ਰਗਟ ਦੇ ਆ, ਉਹ ਲਿਵਿੰਗ ਗੁਰੂ ਆ। ਸੋ ਤੁਸੀਂ ਇਸ ਵਿਸ਼ਵਾਸ ਨੂੰ ਸੱਟ ਮਾਰ ਰਹੇ ਹੋ। ਜਿਹੜਾ ਸਭ ਤੋਂ ਸਾਡਾ ਮੁਕੱਦਸ ਸਥਾਨ ਆ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, ਉੱਥੋਂ ਤੱਕ ਪਹੁੰਚ ਗਏ। ਹੁਣ ਉਹ ਜਿਹੜਾ ਵੀ ਕੋਈ ਸ਼ਖਸ ਸੀ ਜੰਗਲਾ ਕ੍ਰਾਸ ਕਰਕੇ ਰਮਾਲਾ ਸਾਹਿਬ ਤੱਕ ਜਾ ਕੇ ਉਹਨੇ ਪੈਰ ਰੱਖ ਲਿਆ। ਹੁਣ ਇਦੋਂ ਵੱਡੀ ਪ੍ਰੋਵੋਕੇਸ਼ਨ ਕੀ ਹੋਊਗੀ? ਗੱਲ ਇਹ ਆ ਨਾ, ਜਦੋਂ ਫਿਲਾਸਫਿਕਲੀ ਜਿਹੜੇ ਆ ਸਿਆਣਪ ਵਾਲੇ ਬੰਦੇ ਹੁੰਦੇ ਆ ਨਾ, ਜਿਨ੍ਹਾਂ ਦੇ ਵਾਹਵਾ ਸਿਆਣਪ ਦੇ ਖੰਭ ਲੱਗੇ ਹੁੰਦੇ ਆ, ਉਹਨਾਂ ਨੂੰ ਫਿਲਾਸਫਿਕਲੀ ਇੱਕ ਗੱਲ ਦੱਸ ਦਈਏ ਵੀ ਜੇ ਅਸੀਂ ਇਸ ਵਿਸ਼ਵਾਸ ਦੇ ਤਹਿਤ ਰਹਿੰਦੇ ਆ, ਇਹਨੂੰ ਮੰਨਦੇ ਆ, ਸਾਡਾ ਜਿਹੜੀ ਅਜ਼ਮਤ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡਾ ਸਤਿਕਾਰ ਆ ਵੀ ਉਹ ਪ੍ਰਗਟ ਗੁਰਾਂ ਕੀ ਦੇ ਆ, ਲਿਵਿੰਗ ਗੁਰੂ ਆ, ਤੇ ਇਹਦੇ 'ਚ ਤੁਹਾਨੂੰ ਕੀ ਪ੍ਰੋਬਲਮ ਆ? ਉਹ ਕੌਮ ਜਿਹਨੇ ਸਾਲਾਂ ਬੱਧੀ 550 ਸਾਲ ਤੋਂ ਜਿਹੜਾ ਇਤਿਹਾਸ ਸਿਰਜਿਆ, ਉਹ ਸਾਰਾ ਹੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਿਰਜਿਆ, ਤੇ ਜੇ ਤੁਸੀਂ ਉਹਨਾਂ ਦੇ ਵਿਸ਼ਵਾਸ ਨੂੰ ਤੋੜੋਗੇ ਅੱਜ, ਤਾਂ ਇਹ ਤੁਹਾਡੇ 'ਚ ਖਰਾਬੀ ਆ, ਇਹ ਸਾਡੇ 'ਚ ਖਰਾਬੀ ਨਹੀਂ ਆ। ਮੈਨੂੰ ਲੱਗਦਾ ਫਿਰ ਉਹਨਾਂ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਅਪਗ੍ਰੇਡਾਂ ਨੂੰ ਫਿਰ ਕਿਸੇ ਨੇ ਫੋਨ ਕਰ ਦੇਣਾ। ਉਹ ਕਹਿੰਦੇ ਸਾਨੂੰ ਫੋਨ ਆ ਗਿਆ ਜੀ, ਹੁਣ ਲੋਕ ਕੀ, ਉਹ ਮਾਂ ਕਹਿੰਦੀ ਹੈ ਜੀ ਮੈਨੂੰ ਵੀ ਮੈਂ ਤਾਂ ਜੀ ਸਿੱਖ ਬਣਾਉਣਾ ਨਹੀਂ ਆਪਣਾ, ਇਹ ਤਾਂ ਇਸ ਤਰ੍ਹਾਂ ਬੰਦਾ ਮਾਰ ਦਿੰਦੇ ਹੁੰਦੇ, ਹੁਣ ਫੇਰ ਮੰਗਣਗੇ ਸਬੂਤ ਵੀ ਬੇਅਦਬੀ ਤਾਂ ਹੋਈ ਨਹੀਂ, ਹੁਣ ਤਾਂ ਲਾਈਵ ਸੀ, ਬੇਅਦਬੀ ਹੋਈ ਨਹੀਂ, ਤੁਸੀਂ ਫੇਰ ਬੰਦਾ ਮਾਰਤਾ, ਫਿਰ ਬੋਲਣਗੇ। ਇਹਨਾਂ ਨੂੰ ਜਵਾਬ ਹੈ ਕੋਈ? ਇਹਨਾਂ ਨੂੰ ਇੱਕ ਗੱਲ ਦੱਸ ਦਈਏ ਵੀ ਸਾਡੇ 'ਚ ਇੰਨੀ ਕੁ ਗੈਰਤ ਹੈਗੀ ਆ ਵੀ ਅਸੀਂ ਸਾਡੇ ਪਿਓ ਦੀ ਕੋਈ ਪੱਗ ਨੂੰ ਹੱਥ ਪਾਵੇ ਤੇ ਅਸੀਂ ਪੱਗ ਨੂੰ ਹੱਥ ਪਾਉਣ ਦੇ ਦਈਏ, ਨਿਰਾਦਰ ਕਰਨ ਦੇ ਦਈਏ, ਤੇ ਉਦੋਂ ਬਾਅਦ ਇਹ ਕੰਮ ਕਰੀਏ। ਹੁਣ ਤਾਂ ਵੀਡੀਓ ਪਏ ਆ ਨਾ, ਜਿਹੜੇ ਵੀਡੀਓ ਮੰਗਦੇ ਸੀ ਸਿੰਘੂ ਦੀ ਘਟਨਾ ਤੇ, ਤਾਂ ਇਹ ਵੀਡੀਓ ਮੰਗਦੇ ਸੀ ਨਾ ਵੀ ਜਦੋਂ ਤੁਸੀਂ ਕਰਨ ਆਏ ਸੀ ਉਹ ਵੀਡੀਓ ਦਿਖਾਓ। ਹੁਣ ਤਾਂ ਵੀਡੀਓ ਤੇ ਸਬੂਤ ਸਭ ਕੁਝ ਪਿਆ। ਸੋ
ਸਾਨੂੰ ਹੁਣ ਜੋ ਤੁਸੀਂ ਆਪਦੇ ਵੱਡੇ ਵੱਡੇ ਲਫ਼ਜ਼ ਜਿਹੜੇ ਹਿਊਮਨ ਰਾਈਟਸ ਵਾਲੇ ਖੜੇ ਹੁੰਦੇ ਆ ਨਾ ਕਈ ਵਾਰੀ ਵੀ ਇਹ ਡਿਫਾਈਨਡ ਹਿਊਮਨ ਰਾਈਟਸ ਇਹਨਾਂ ਕੋਲੇ ਫਾਰਮੂਲਾਜ਼ ਆ, ਉਹ ਡਿਫਾਈਨਡ ਫਾਰਮੂਲਾ ਦੇ ਹਿਸਾਬ ਨਾਲ ਹੀ ਦੇਖਦੇ ਆ। ਸੋ ਇਹਨਾਂ ਨੂੰ ਦੱਸ ਦਈਏ ਵੀ ਜਿਹੜੀ ਕੌਮ ਆਪਦੇ ਆਪਦੇ ਗੁਰੂ ਨੂੰ ਲਿਵਿੰਗ ਗੁਰੂ ਮੰਨਦੀ ਆ, ਔਰ ਇਹ ਕੱਲੀ ਸਾਡੀ ਕੌਮ ਨਹੀਂ ਮੰਨਦੀ, ਸਾਰਾ ਪੰਜਾਬ ਮੰਨਦਾ। ਇੱਥੇ ਹਰ ਬੰਦਾ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ, ਬਾਹਰ ਵੀ ਰਹਿਣ ਵਾਲਾ ਆ ਕੇ ਉੱਥੇ ਨਤਮਸਤਕ ਹੁੰਦੇ ਆ, ਹਨਾ। ਹੁਣ ਕਿਸਾਨੀ ਸੰਘਰਸ਼ ਜਿੱਤ ਕੇ ਆਏ, ਨਤਮਸਤਕ ਕਿੱਥੇ ਹੋਏ? ਜਾ ਕੇ ਦਰਬਾਰ ਸਾਹਿਬ। ਸੋ ਤੁਸੀਂ ਉੱਥੇ ਆ ਕੇ ਜੇ ਹਮਲੇ ਕਰੋਗੇ ਤਾਂ ਪ੍ਰਵੋਕ ਤੁਸੀਂ ਕਰ ਰਹੇ ਹੋ। ਇੱਥੇ ਸਰਕਾਰ ਨੂੰ ਵੀ ਇਹ ਗੱਲ ਕਹਿ ਦਈਏ ਵੀ ਦੋਸ਼ ਸਰਕਾਰਾਂ ਦਾ, ਜੇ ਬੇਅਦਬੀ ਵਾਲਾ ਸਾਨੂੰ ਬਰਗਾੜੀ ਵਾਲਾ ਇਨਸਾਫ ਮਿਲਿਆ ਹੁੰਦਾ ਤੇ ਆ ਨੌਬਤ ਨਹੀਂ ਆਉਣੀ ਸੀ। ਸੋ ਇਹ ਤਾਂ ਟੂ ਮੱਚ ਆ। ਹੁਣ ਤੁਸੀਂ ਜੋ ਸਾਨੂੰ ਟੈਗ ਲਾਉਣੇ ਹੋ ਵੀ ਅਸੀਂ ਪਾਪੀ ਆ, ਅਸੀਂ ਪਾਪੀਓ ਹੀ ਸਹੀ, ਪਰ ਅਸੀਂ ਬੇਗੈਰਤ ਨਹੀਂ ਆ। ਹੁਣ ਤੁਸੀਂ ਇੱਕ ਜਿਹੜੇ ਆ ਜਾਤ ਪਾਤ ਦਾ ਮਸਲਾ ਬਣਾ ਲੈਂਦੇ ਆ ਨਾ ਵੀ ਇਹ ਤਾਂ ਯਾਰ ਜਾਤ ਪਾਤ ਤੇ ਹਮਲਾ, ਉਹ ਅਸੀਂ ਆਇਡੈਂਟੀ ਕਾਰਡ ਜਾਂ ਆਧਾਰ ਕਾਰਡ ਨਹੀਂ ਚੈੱਕ ਕਰਨੇ ਕਿਸੇ ਦੇ, ਵੀ ਜੇ ਕੋਈ ਨਿਰਾਦਰ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਉਹਦੇ ਪਹਿਲਾਂ ਆਇਡੈਂਟੀ ਕਾਰਡ ਆਧਾਰ ਕਾਰਡ ਚੈੱਕ ਕਰੀਏ। ਹੁਣ ਜਿਹੜਾ ਨੇ ਜੋ ਮਸਲਾ ਬਣਾਉਣਾ ਬਣਾ ਲਓ, ਇਹ ਤਾਂ ਐਂ ਹੋਊਗਾ ਜੇ ਇਹ ਨਾ ਰੁਕੇ ਤਾਂ। ਬਹੁਤ ਸਾਰੇ ਗੱਲਾਂ ਇਹ ਵੀ ਕਰ ਰਹੇ ਨੇ, ਉਹ ਕਹਿੰਦੇ ਵੀ ਇੱਕਦਮ ਤੁਸੀਂ ਸੌਦਾ ਲਾ ਤੇ ਉਹਨੂੰ, ਉਹ ਤੋਂ ਪਹਿਲਾਂ ਪੁੱਛ ਤਾਂ ਲੈਂਦੇ ਵੀ ਪੁੱਛ ਗਿੱਛ ਤੋਂ ਕੀਤੀ ਜਾਂਦੀ ਵੀ ਉਹ ਕਿੱਥੋਂ ਆਇਆ, ਕਿੱਥੇ ਤਾਰ ਜੁੜੇ ਸੀ। ਹਾਲਾਂਕਿ ਇੱਕ ਸਿੰਘ ਦਾ ਜਿਨ੍ਹਾਂ ਨੇ ਸੌਦਾ ਲਾਇਆ ਉਹਦਾ ਆਇਆ ਵੀ ਆ, ਵੀ ਅਸੀਂ ਬਹੁਤ ਬੁਲਾਉਣ ਦੀ ਕੋਸ਼ਿਸ਼ ਕੀਤੀ, ਬੋਲਿਆ ਨਹੀਂ ਆ ਉਹ ਬਿਲਕੁਲ ਵੀ, ਪਰ ਉਹ ਕਹਿੰਦੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ। ਬਾਈ ਇਹ ਫਿਦਾਈਨ ਹਮਲੇ ਆ ਯਾਰ, ਇਹ ਵਾਕਈ ਫਿਦਾਈਨ ਹਮਲੇ ਇਨ ਅ ਵੇ। ਇਹ ਤਾਂ ਐਡੀ ਵੱਡੀ ਪ੍ਰੋਵੋਕੇਸ਼ਨ ਆ ਵੀ ਇਹ ਬੰਦੇ ਕਿੱਥੋਂ ਤੁਰਦੇ ਆ। ਤੁਹਾਨੂੰ ਲੱਗਦਾ ਇਹ ਕੋਈ ਮਾੜੀ ਮੋਟੀ ਗੱਲ ਆ ਜਾਂ ਇਹਨੂੰ ਮਾੜੀ ਮੋਟੀ ਸ਼ੈ ਆ? ਇਹ ਇੱਥੋਂ ਤੱਕ ਸੀਮਤ ਆ। ਤਖਤ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਕਿਸੇ ਨੇ ਬੀੜੀ ਪੀਣੀ, ਧੂਆਂ ਗੁਰੂ ਸਾਹਿਬ ਨਹੀਂ ਸਿੱਟਣਾ, ਬੀੜੀ ਜਿੱਥੇ ਰਾਗੀ ਸਿੰਘ ਬੈਠੇ ਗੁਰਬਾਣੀ ਜਾਂ ਕੀਰਤਨ ਕਰ ਰਹੇ ਆ ਉਧਰ ਨੂੰ ਚਲਾ ਕੇ ਮਾਰਨੀ, ਇਹ ਕੋਈ ਆਮ ਘਟਨਾ ਸੀ? ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਜਾਂਦੇ ਆ, ਇਹ ਕੋਈ ਆਮ ਘਟਨਾ? ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਅਸੀਂ ਇੰਨੇ ਸੈਂਸਿਟਿਵ ਆ ਇਸ ਇਸ਼ੂ ਪ੍ਰਤੀ ਵੀ ਕੱਲ੍ਹ ਨੂੰ ਜੇ ਕੋਈ ਹਿੰਦੂ ਸਾਡੇ ਆ ਜਿਹੜੇ ਉਹਨਾਂ ਦੇ ਸਥਾਨ ਤੇ ਹਮਲਾ ਕਰਦਾ, ਅਸੀਂ ਉਨਾ ਹੀ ਸੈਂਸਿਟਿਵ ਆ। ਮੁਸਲਮਾਨਾਂ ਦੇ ਸਥਾਨ ਤੇ ਹਮਲਾ ਕਰਦਾ, ਅਸੀਂ ਉਨਾ ਹੀ ਸੈਂਸਿਟਿਵ ਆ। ਤੁਸੀਂ ਕਿਸੇ ਦੀ ਵੀ ਕਿਸੇ ਜਿਹੜੀ ਆਸਥਾ ਨੂੰ ਜਾਂ ਉਹਨਾਂ ਦੇ ਵਿਸ਼ਵਾਸ ਨੂੰ ਐਂ ਸੱਟ ਕਿਵੇਂ ਮਾਰ ਸਕਦੇ ਹੋ? ਇਹ ਤਾਂ ਸਿੱਧੀ ਕੌਮ ਤੇ ਸੱਟ ਆ ਨਾ, ਜਾ ਕੇ ਉਹਨਾਂ ਦੇ ਇਤਿਹਾਸ ਤੇ ਸੱਟ ਆ ਜਾ ਕੇ ਜਿਹੜੀ ਸਿੱਧੀ ਵੱਜਣੀ। ਸੋ ਇਹਨੂੰ ਜਾਤ ਪਾਤ ਦਾ ਮਸਲਾ ਨਾ ਬਣਾਇਆ ਜਾਵੇ, ਇਹਨੂੰ ਧਰਮ ਦਾ ਮਸਲਾ ਵੀ ਨਾ ਬਣਾਇਆ ਜਾਵੇ। ਬੜੇ ਲੋਕ ਬਣਾਉਣਗੇ ਤੇ ਇਸ ਗੱਲ ਨੂੰ ਕਿਸੇ ਹੋਰ ਢੰਗ 'ਚ ਵੀ ਸਿਆਸਤ ਵਾਲੇ ਜਿਹੜੇ ਆ ਨਾ, ਉਹ ਕਿਸੇ ਹੋਰ ਢੰਗ 'ਚ, ਕਿਉਂਕਿ ਵੋਟਾਂ ਚੱਲ ਰਹੀਆਂ, ਕਿਸੇ ਹੋਰ ਢੰਗ 'ਚ ਦੇਖਣਗੇ। ਇਸ ਟਾਈਮ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਸਾਰੇ, ਸਾਡੀ ਕਿਸਾਨ ਲੀਡਰਸ਼ਿਪ, ਸਾਰਾ ਸਾਡਾ ਕਿਸਾਨ ਮਜ਼ਦੂਰ ਤਬਕਾ, ਸਾਰੀ ਇੱਥੇ ਰਹਿਣ ਵਾਲੀਆਂ ਕੌਮਾਂ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਜੇ ਅੱਜ ਇਹ ਸਥਾਨ ਦੀ ਅਜ਼ਮਤ ਤੇ ਹਮਲੇ ਹੋ ਰਹੇ ਆ, ਕੱਲ੍ਹ ਨੂੰ ਹੋਰ ਕਿਤੇ ਵੀ ਹੋ ਸਕਦੇ ਆ। ਸੋ ਸਾਨੂੰ ਕੋਈ ਨਾ ਕੋਈ ਐਗਜ਼ਾਮਪਲ ਤਾਂ ਸੈੱਟ ਕਰਨੀ ਪਊ, ਔਰ ਇਹ ਐਗਜ਼ਾਮਪਲ ਸੈੱਟ ਕਰਨੀ ਸਰਕਾਰਾਂ ਨੂੰ ਅਸੀਂ 6 ਸਾਲ 7 ਸਾਲ ਇਹੀ ਵੇਟ ਕਰਦੇ ਰਹੇ ਨਾ ਵੀ ਉਹ ਐਗਜ਼ਾਮਪਲ ਸੈੱਟ ਕਰਨਗੇ। ਉਹਨਾਂ ਨੇ ਐਗਜ਼ਾਮਪਲ ਸੈੱਟ ਕੀਤੀ ਨਹੀਂ ਕੀਤੀ। ਸੋ ਜੇ ਤੁਸੀਂ ਆ ਕੇ ਪ੍ਰਵੋਕ ਕਰੋਗੇ ਤੇ ਸਾਡੇ ਲਿਵਿੰਗ ਗੁਰੂ ਆ, ਉਹ ਸਾਡੇ ਸਾਬਤ ਜਿਹੜੀ ਗੁਰੂ ਦੀ ਰੂਹ ਉਹ ਦੇ ਆ, ਤੇ ਉਹਨੂੰ ਸੈਲਫ ਡਿਫੈਂਸ 'ਚ ਅਸੀਂ ਆਪਦਾ ਸਟੈਪ ਲੈ ਲਿਆ। ਤੁਸੀਂ ਆਪਦੀ ਮਾਡਰਨ ਐਜੂਕੇਸ਼ਨ ਜਾਂ ਮਾਡਰਨ ਲਾਅ ਦੇ ਹਿਸਾਬ ਨਾਲ ਵੀ ਘੜ ਲਓ। ਨਹੀਂ ਬਾਈ, ਇਹ ਹੁਣ ਸਵਾਲ ਲੋਕ ਇਹ ਵੀ ਕਰਨਗੇ ਨਾ, ਜਿਹੜਿਆਂ ਲੋਕਾਂ ਨੇ ਸਵਾਲ ਚੁੱਕੇ ਸੀ ਵੀ ਤੁਸੀਂ ਕਹਿੰਦੇ ਸੀ ਵੀ ਹੁਣ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਵੇਂ ਸਜ਼ਾ ਦਿੱਤੀ ਹੈ ਅੱਜ ਤੋਂ ਬਾਅਦ ਪੈਰ ਨਹੀਂ ਪਾਏਗਾ ਕੋਈ, ਵੀ ਫੇਰ ਆ ਗਿਆ, ਵੀ ਇਹ ਕਹਿਣਗੇ ਵੀ ਮੌਤ ਹੱਲ ਨਹੀਂ ਹੈਗਾ। ਦੇਖੋ ਗੱਲ ਇਹ ਆ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਜਿੱਥੋਂ ਤੱਕ ਗੱਲ ਪਹੁੰਚ ਗਈ ਆ ਨਾ, ਇਹਦੇ ਪਿੱਛੇ ਬਹੁਤ ਵੱਡੀ ਕੋਈ ਤਾਕਤ ਤੇ ਬੜੀ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ। ਇਹ ਆਮ ਗੱਲ ਨਹੀਂ ਆ। ਹੁਣ ਉੱਥੇ ਲਾਲਚ ਦਿੱਤਾ ਜਾਂਦਾ ਹੋਊਗਾ, ਜਿਹੜੇ ਬੰਦੇ ਵਾਇਲੈਂਸ ਨੂੰ ਉਸ ਢੰਗ ਨਾਲ ਕਰਦੇ ਆ ਵੀ ਬੇਕਸੂਰਾਂ ਨੂੰ ਜਾ ਕੇ ਮਾਰੋ ਆਪਦੇ, ਤੇ ਆਪਾਂ ਦੇਖਿਆ ਹੀ ਆ ਨਾ ਵੀ ਉਹਨਾਂ ਨੇ ਦੁਨੀਆ 'ਚ ਐਗਜ਼ਾਮਪਲਸ ਪਈਆਂ ਵੀ ਇਨੋਸੈਂਟਸ ਕਿਲਿੰਗ ਵੀ ਹੁੰਦੀਆਂ। ਆ ਇਨੋਸੈਂਟਸ ਕਿਲਿੰਗ ਆ ਜਿਹੜੀ ਆ ਕੇ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ। ਬਸ ਉਹਦੇ ਕੋਲ ਇਹ ਸੀ ਵੀ ਹੱਥ 'ਚ ਹਥਿਆਰ ਨਹੀਂ ਸੀ, ਨਾ ਕੁਛ ਆਪਦੇ ਨਾਲ ਲੈ ਕੇ ਆਇਆ ਸੀ। ਉਹਨੂੰ ਤਾਂ ਇਹ ਸੀ ਵੀ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਸਭ ਤੋਂ ਵੱਡਾ ਜੋ ਮੁਕੱਦਸ ਸਥਾਨ ਆ, ਉੱਥੇ ਜਾ ਕੇ ਜੇ ਮੈਂ ਬੇਅਦਬੀ ਕਰਤੀ ਤੇ ਇਹਨਾਂ ਦੇ ਹੱਥ ਪੱਲੇ ਕੀ ਰਹਿ ਜੂ। ਜਿਸ ਹਿਸਾਬ ਦੇ ਨਾਲ ਬੰਦਾ ਦੱਸਦੇ ਆ ਬਾਈ, ਉਹਨੂੰ ਮੇਰਾ ਖਿਆਲ ਆ ਗੁਰੂ ਗ੍ਰੰਥ ਸਾਹਿਬ ਬਾਰੇ ਤਾਂ ਨੌਲੇਜ ਵੀ ਨਹੀਂ ਹੋਣੀ, ਕੋਈ
ਪ੍ਰਵਾਸੀ ਵਿਅਕਤੀ ਭੇਜਿਆ ਗਿਆ ਵੀ ਜਿਹਨੂੰ ਇਹ ਕਹਿ ਕੇ ਭੇਜਾਂ ਵੀ ਤੈਨੂੰ ਕੁਝ ਨਹੀਂ ਕਹਿੰਦੇ, ਕੋਈ ਨਾ ਤੂੰ ਉਹ ਕਰਕੇ ਆ ਜੀ। ਬਈ ਉਹੀ ਹੈ ਨਾ, ਜਦੋਂ ਤੁਸੀਂ ਦੇਖੋ ਸਾਡੇ ਇਤਿਹਾਸ 'ਚ ਵੀ ਇਹ ਗੱਲਾਂ ਹੋਈਆਂ, ਜਦੋਂ 5ਵੇਂ ਗੁਰੂ ਸਾਹਿਬ ਤੇ ਕਿਸੇ ਨੇ ਨਿਸ਼ਾਨੇ ਚੱਕੇ, ਉਂਗਲਾਂ ਚੱਕੀਆਂ, ਤਾਂ ਭਾਈ ਬਿਧੀ ਚੰਦ ਨੇ ਉਹਦੇ ਟੋਟੇ ਕਰਕੇ ਦਰਿਆ 'ਚ ਸਿੱਟਤਾ ਸੀ। ਸੋ ਗੁਰੂ ਤੇ ਕੋਈ ਸਮਝੌਤਾ ਨਹੀਂ, ਉਸ ਥਾਂ ਤੇ ਕੋਈ ਸਮਝੌਤਾ ਨਹੀਂ। ਜਦੋਂ ਗੱਲ ਇੱਥੋਂ ਤੱਕ ਪਹੁੰਚੇ, ਫਿਰ ਤੁਸੀਂ ਜੋ ਸਾਨੂੰ ਪਰਿਭਾਸ਼ਾ ਦੇਣੀ ਆ, ਜੋ ਸਾਡੇ ਲਈ ਵੱਡੇ ਵੱਡੇ ਆਪਦੇ ਲਫ਼ਜ਼ ਯੂਜ਼ ਕਰਨੇ ਆ, ਹੈ ਨਾ, ਵਿਦਨ ਦੈਟ ਹਿਊਮਨ ਰਾਈਟ ਐਂਗਲ, ਸੋ ਦੇ ਕੈਨ ਡੂ ਇਟ। ਵੀ ਡੂ ਨਾਟ ਕੇਅਰ। ਸਾਡੇ ਕੋਲੇ ਇੰਨਾ ਸੈਲਫ ਪ੍ਰਾਈਡ ਹੈਗਾ, ਸਾਡੇ 'ਚੋਂ ਕਿਰਦਾਰ ਬਚਿਆ। ਜੇ ਤੁਸੀਂ ਵਾਰ-ਵਾਰ ਇਹ ਚੈੱਕ ਕਰਨਾ ਚਾਹੁੰਦੇ ਹੋ ਨਾ ਵੀ ਸਿੱਖਾਂ 'ਚ ਕਿਰਦਾਰ ਤੇ ਸਿੱਖਾਂ 'ਚ ਉਹਨਾਂ ਦੀ ਗੈਰਤ ਬਚੀ ਆ ਕਿ ਨਹੀਂ, ਆਹ ਵੇਖ ਲਓ ਤੁਸੀਂ ਹੁਣ। ਕਿਰਦਾਰ ਤੇ ਗੈਰਤ ਵਾਲੀ ਜਿਹੜੀ ਇੱਕ ਆਪਾਂ ਆਈਡੈਂਟੀਫਾਈ ਕਰਦੇ ਆ ਨਾ ਖਾਲਸੇ ਨਾਲ, ਉਹ ਇੱਥੇ ਖੜੀ ਆ। ਜੇ ਤੁਸੀਂ ਆਪ ਦੇਖੋ, ਜਦੋਂ ਤੁਹਾਡੇ ਕੋਲੇ ਆਪਦਾ ਸਟਰਕਚਰ ਨਾ ਹੋਵੇ ਨਾ ਕੋਈ, ਉਦੋਂ ਤੱਕ ਸਟਰਕਚਰ ਤੁਸੀਂ ਕਿਸੇ ਹੋਰ ਤੇ ਡਿਪੈਂਡ ਹੋ ਤੇ ਉਦੋਂ ਤੱਕ ਇਹ ਗੱਲਾਂ ਵਾਪਰਦੀਆਂ। ਇਹ ਇੱਕ ਦੋ ਐਗਜ਼ਾਮਪਲਾਂ ਨਹੀਂ, ਇਹ ਕੁਝ ਐਗਜ਼ਾਮਪਲਾਂ ਸੈੱਟ ਕਰਨੀਆਂ ਪੈਂਦੀਆਂ ਹੁੰਦੀਆਂ। ਫਿਰ ਇੱਕ, ਕਿਉਂਕਿ ਖੌਫ ਤੋਂ ਬਿਨਾ ਇਹ ਗੱਲ ਇਹਨਾਂ ਨੇ ਸਮਝਣੀ ਨਹੀਂ। ਜਿਹੜਾ ਆਊਗਾ ਉਹਨੂੰ ਪਤਾ ਉਹਦਾ ਹਸ਼ਰ ਕੀ ਹੋਊਗਾ। ਸੋ ਇਹ ਐਗਜ਼ਾਮਪਲ ਸੈੱਟ ਕਰਨੀਆਂ ਪੈਣਗੀਆਂ। ਇਹ ਜ਼ਰੂਰ ਗੱਲ ਆ ਵੀ ਅਸੀਂ ਆਪਦਾ ਸਟਰਕਚਰ ਜੇ ਸਾਡੇ ਕੋਲੇ ਕੋਈ ਹੁੰਦਾ, ਜਿਵੇਂ ਅਕਾਲ ਤਖਤ ਸਾਹਿਬ ਸਾਡੀ ਸਰਵਉੱਚ ਅਦਾਲਤ ਆ, ਅਸੀਂ ਆਪਦੇ ਸਟਰਕਚਰ ਦੇ ਅਧੀਨ ਕੋਈ ਇਨਵੈਸਟੀਗੇਸ਼ਨ ਕਰਦੇ, ਉਸ ਇਨਵੈਸਟੀਗੇਸ਼ਨ ਤੋਂ ਅਸੀਂ ਇਹਦੀ ਤਹਿ ਤੱਕ ਪਹੁੰਚਦੇ। ਪਰ ਸਾਡੇ ਕੋਲੇ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਹੈ, ਸਾਡੇ ਕੋਲੇ ਇਹ ਨਹੀਂ ਆ ਵੀ ਕੋਈ ਇੰਟੈਲੀਜੈਂਸ ਜਾਂ ਸਾਡੇ ਕੋਲੇ ਆਪਦੀ ਕੋਈ ਫੋਰਸ ਆ। ਅੱਜ ਟਾਸਕ ਫੋਰਸ ਨਹੀਂ ਸੋਧਿਆ ਨਾ ਉਹਨੂੰ, ਜਿਹੜਾ ਕੰਮ ਉਹਨਾਂ ਨੂੰ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ, ਅੱਜ ਉਹਨਾਂ ਨੇ ਕੀਤਾ। ਤੇ ਸਾਨੂੰ ਮਾਣ ਆ ਉਹਨਾਂ ਸਿੰਘਾਂ ਤੇ, ਸਾਰੀ ਕੌਮ ਉਹਨਾਂ ਦੇ ਨਾਲ ਖੜੀ ਆ। ਈਵਨ ਉਹ ਸਾਰੀਆਂ ਕੌਮਾਂ ਜਿਹੜੀ ਅਜ਼ਮਤ ਨੂੰ ਸਮਝਦੀਆਂ ਕਿਸੇ ਸਥਾਨ ਦੀ, ਜਿਹੜੇ ਧਰਮ ਦੇ ਉਸ ਐਂਗਲ ਨੂੰ ਸਮਝਦੀਆਂ ਜਿੱਥੇ ਜਾ ਕੇ ਇੱਕ ਅਧਿਆਤਮ ਦੀ ਗੱਲ ਆਉਂਦੀ ਆ, ਉਹ ਸਾਰੀਆਂ ਨਾਲ ਖੜਨਗੀਆਂ। ਤੇ ਫਿਰ ਹੁਣ ਉਹਨਾਂ ਦੀ ਪੈਰਵਾਈ ਕਰੋਗੇ ਸਾਰੇ? ਕਿਉਂਕਿ ਕੱਲ੍ਹ ਨੂੰ ਇਹ ਵੀ ਨਾ ਹੋਵੇ ਵੀ ਕੱਲ੍ਹ ਨੂੰ ਕਿਸੇ ਦਾ ਹਿਉਂ ਨਾ ਪਵੇ ਵੀ ਜੋ ਇਹ ਮਾਣਮੱਤਾ ਕੰਮ ਤੁਸੀਂ ਕਹਿੰਦੇ ਹੋ ਵੀ ਸਾਡੇ ਲਈ ਮਾਣ ਦੀ ਗੱਲ ਹੈ, ਸੌਦਾ ਲਾਇਆ ਗਿਆ, ਵੀ ਜਿਨ੍ਹਾਂ ਨੇ ਸੌਦਾ ਲਾਇਆ ਫਿਰ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਦੇਖੋਗੇ, ਸਾਂਭੋਗੇ? ਬਿਲਕੁਲ ਭਾਈ, ਉਹਨਾਂ ਨੂੰ ਕਿਉਂ ਨਹੀਂ ਸਾਂਭਾਂਗੇ? ਉਹ ਤਾਂ ਹੁਣ ਕੌਮ ਦਾ ਸਰਮਾਇਆ ਬਣ ਗਏ। ਜਿਨ੍ਹਾਂ ਨੇ ਸੌਦਾ ਲਾਇਆ ਉਹ ਕੌਮ ਦਾ ਸਰਮਾਇਆ ਬਣ ਗਏ। ਸੋ ਉਹਨਾਂ ਦਾ ਪਰਿਵਾਰ ਵੀ ਸਾਂਭਣਾ, ਆਖਰੀ ਸਵਾਸਾਂ ਤੱਕ ਕੌਮ ਨਾਲ ਖੜੀ ਆ। ਤੁਸੀਂ ਇਹ ਦੇਖੋ, ਕਾਨੂੰਨ ਵੀ ਮੰਨਦਾ ਵੀ ਲਿਵਿੰਗ ਗੁਰੂ ਗ੍ਰੰਥ ਸਾਹਿਬ ਨੂੰ ਦਰਜਾ ਦਿੱਤਾ ਜਾਂਦਾ ਬਾਈ, ਤੇ ਸੈਲਫ ਡਿਫੈਂਸ ਦੀ ਗੱਲ ਆ ਜਾਂਦੀ ਹੈ। ਸੈਲਫ ਡਿਫੈਂਸ ਤਾਂ ਕੋਈ ਜੁਰਮ ਹੈ ਨਹੀਂ, ਫਿਰ ਇਹਨਾਂ ਨੂੰ ਸਜ਼ਾ ਹੋਊਗੀ ਕੀ? ਨਹੀਂ, ਹੋਣੀ ਨਹੀਂ ਚਾਹੀਦੀ। ਅਸੀਂ ਤਾਂ ਵਾਕਈ ਸੈਲਫ ਡਿਫੈਂਸ 'ਚ ਕੀਤਾ ਜੋ ਕੀਤਾ, ਹੈ ਨਾ। ਸੋ ਇਸੇ ਕਰਕੇ ਸਰਕਾਰਾਂ ਨੂੰ ਵੀ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਅੱਜ ਤੱਕ ਸਾਨੂੰ ਇਨਸਾਫ ਨਹੀਂ ਦਿੱਤਾ, ਹੁਣ ਖਾਲਸੇ ਨੇ ਇਨਸਾਫ ਲੈ ਲਿਆ, ਇਹਨੂੰ ਇਸ ਇਨਸਾਫ ਨੂੰ ਤੁਸੀਂ ਮੰਨੋ। ਤੁਸੀਂ ਇੱਕ ਗੱਲ ਮੈਨੂੰ ਦੱਸੋ, ਜੇ ਕੱਲ੍ਹ ਨੂੰ ਕੋਈ ਸੁਪਰੀਮ ਕੋਰਟ ਤੇ ਜਾ ਕੇ ਹਮਲਾ ਕਰਦਾ, ਉਹਨੂੰ ਕੀ ਕਹਿੰਦੇ ਆ? ਇਹ ਟੈਰਰਿਸਟ ਕਹਿੰਦੇ ਆ। ਪਾਰਲੀਮੈਂਟ ਤੇ ਕੋਈ ਹਮਲਾ ਕਰਦਾ, ਕੀ ਕਹਿੰਦੇ ਆ? ਅੱਤਵਾਦੀ, ਟੈਰਰਿਸਟ ਕਹਿੰਦੇ ਆ। ਇਹ ਅੱਤਵਾਦੀ ਹਮਲਾ ਨਹੀਂ ਸੀ, ਇਦੋਂ ਵੱਡਾ ਅੱਤਵਾਦੀ ਹਮਲਾ ਕੀ ਹੋਊਗਾ? ਸੋ ਤੁਸੀਂ ਇਹ ਗੱਲ ਦੇਖੋ, ਜੇ ਤੁਸੀਂ ਅੱਤਵਾਦੀ ਹਮਲੇ ਵਾਲਿਆਂ ਨੂੰ ਫਾਂਸੀਆਂ ਤੇ ਲਟਕਾਉਣੇ ਹੋ ਤੇ ਖਾਲਸੇ ਨੇ ਆਪਦਾ ਇਨਸਾਫ ਲੈ ਲਿਆ, ਇਹ ਤੁਹਾਡਾ ਫੇਲੀਅਰ ਆ ਵੀ ਤੁਸੀਂ 6-7 ਸਾਲਾਂ 'ਚ ਸਾਨੂੰ ਇਨਸਾਫ ਨਹੀਂ ਦੇ ਸਕੇ। ਲੱਗਦਾ ਵੀ ਇਨਸਾਫ ਇੱਕ ਬੰਦਾ ਮਰਨ ਦੇ ਨਾਲ ਇਨਸਾਫ ਮਿਲ ਗਿਆ? ਮੈਂ ਕਹਿੰਦਾ ਇਨਸਾਫ ਤਾਂ ਸਿੱਧੂ ਉਸ ਦਿਨ ਬਾਈ ਮਿਲੂਗਾ ਜਿਸ ਦਿਨ ਇਹਨਾਂ ਦੇ ਪਿੱਛੇ ਜਿਹੜੇ ਹੈਗੇ ਆ, ਤੁਸੀਂ ਇੱਕ ਗੱਲ ਕਹੀ ਸੀ ਸ਼ੁਰੂ 'ਚ ਵੀ ਕੋਈ ਨਾ ਕੋਈ ਪਾਪੀ ਰੂਹ ਆਉਂਦੀ ਹੈ ਤੇ ਉਹ ਕੰਮ ਕਰਨ ਲੱਗ ਜਾਂਦੀ। ਮੈਂ ਤਾਂ ਕਹਿੰਦਾ ਵੀ ਪਾਪੀ ਰੂਹ ਆਉਂਦੀ ਨਹੀਂ ਹੈਗੀ, ਪਾਪੀ ਰੂਹਾਂ ਤਾਂ ਬੈਠੀਆਂ ਨੇ ਪਿੱਛੇ ਜਿਹੜੀਆਂ ਭੇਜਦੀਆਂ ਇਹਨਾਂ ਨੂੰ। ਬਿਲਕੁਲ ਬਾਈ, ਦੇਖੋ ਇਹੀ ਤਾਂ ਸਾਰੀ ਜਾੜੀ ਇੱਥੇ ਪਈ ਆ ਨਾ। ਜਦੋਂ ਤੁਸੀਂ ਕਿਸੇ ਕੌਮ ਤੇ, ਉਹਨਾਂ ਦੀ ਅਜ਼ਮਤ ਤੇ, ਉਹਨਾਂ ਦੇ ਵਿਸ਼ਵਾਸ ਤੇ ਜਾ ਕੇ ਇਹ ਹਮਲੇ ਕਰਦੇ ਹੋ, ਸਾਰਾ ਕੌਨਫਲਿਕਟ ਹੀ ਉੱਥੋਂ ਨਿਕਲਦਾ। ਇਹ ਇਤਿਹਾਸ ਨੇ ਸਾਨੂੰ, ਅਸੀਂ ਦੇਖਿਆ 78 'ਚ ਕੀ ਹੋਇਆ ਸੀ। 78 'ਚ ਵੀ ਸਟੇਟ ਸਪੌਂਸਰਡ ਕੁਛ ਇੱਕ ਖਾਸ ਤਰ੍ਹਾਂ ਦੀ ਜਿਹੜੀ ਇੱਕ ਸਮੁਦਾਇ ਕਹਿੰਦੇ ਆ, ਜਾਂ ਜਿਹਨੂੰ ਇਹ ਕਹਿ ਲਓ ਵੀ ਕੁਛ ਖਾਸ ਤਰ੍ਹਾਂ ਦੇ ਇੱਕ ਵਿਸ਼ਵਾਸ ਦੇ ਜਾਂ ਮਤ ਦੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰ ਰਹੇ ਸੀ। ਗੱਲ ਜਿੱਥੇ ਆ ਮਹਿਤਾ ਚੌਂਕ ਤੋਂ ਗੱਲ ਚੱਲੀ, ਫਿਰ ਸ਼ਹੀਦਾਂ ਸਾਹਿਬ ਕੋਲੇ ਜਾ ਕੇ ਸਾਰੀ ਗੱਲ ਵਾਪਰੀ, ਜਾਂ ਉੱਥੋਂ ਜਦੋਂ ਸਾਡੇ ਫੌਜਾ ਸਿੰਘ ਵਰਗੇ ਗਏ ਉਹਨਾਂ ਨੂੰ ਸਮਝਾਉਣ, ਉੱਥੇ ਵੀ ਉਹਨਾਂ ਨੇ ਮੁੜ ਕੇ ਬੰਦੇ ਮਾਰਤੇ ਸਾਡੇ। ਸੋ ਜਦੋਂ ਤੁਸੀਂ ਇਸ ਕੌਮ ਦੀ ਗੈਰਤ ਨੂੰ ਲਲਕਾਰੋਗੇ, ਸਾਡੀ ਅਜ਼ਮਤ ਨੂੰ ਤੇ ਇਹੋ ਜਿਹੇ ਮੁਕੱਦਸ ਸਥਾਨਾਂ ਨੂੰ, ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰੋਗੇ, ਉਦੋਂ ਇਹ ਕੌਮ ਨੇ ਰਿਐਕਟ ਇਸੇ ਤਰ੍ਹਾਂ ਕਰਨਾ। ਇਹ ਗੱਲ ਇਹਨਾਂ ਦੇ ਸਮਝ ਹੀ ਨਹੀਂ ਆ ਰਹੀ। ਸੋ ਗੱਲ ਜਿਹੜਾ ਕੌਨਫਲਿਕਟ ਸ਼ੁਰੂ ਕਰਦੀ ਆ ਨਾ, ਉਹ ਕਿਤੇ ਨਾ ਕਿਤੇ ਇਹਦੇ ਪਿੱਛੇ ਕੋਈ ਸਟੇਟ ਸਪੌਂਸਰਡ ਜਾਂ ਤਾਂ ਪਾਲਿਸੀ ਕੰਮ ਕਰ ਰਹੀ ਆ, ਇਹਨਾਂ ਦੇ ਪੱਲੇ ਨਹੀਂ ਪੈ ਰਹੀ ਇਹ ਗੱਲ।
ਸੋ ਹੁਣ ਚੋਣਾਂ ਦਾ ਮੌਕਾ, ਲੋਕਾਂ ਨੇ ਸਭ ਕੁਝ ਵੀ ਫਲਾਨੀ ਪਾਰਟੀ ਨੇ ਇਹ ਚੋਣਾਂ ਦੇ ਸੰਦਰਭ ਤੋਂ ਉੱਤੇ ਹੀ ਨਹੀਂ ਉੱਠ ਰਹੇ ਵੀ ਫਲਾਨੀ ਪਾਰਟੀ ਨੇ ਕਰਾਇਆ ਹੋਊਗਾ ਤਾਂ ਕਿ ਇਹਦਾ ਫਾਇਦਾ ਹੋਊਗਾ, ਫਲਾਨੀ ਨੇ ਕਰਾਇਆ ਹੋਊਗਾ। ਯਾਰ ਇਹਦੇ 'ਚ ਕਿਹਦਾ ਫਾਇਦਾ ਹੋਊਗਾ? ਇਹ ਚੋਣਾਂ ਨੇੜੇ ਆ ਵੀ ਕਿਸੇ ਪਾਰਟੀ ਨੇ, ਤੁਸੀਂ ਦੇਖਦੇ ਹੋ? ਨਹੀਂ, ਮੈਂ ਨਹੀਂ ਦੇਖਦਾ। ਇਹਦੇ ਪਿੱਛੇ ਕੋਈ ਬਹੁਤ ਵੱਡੀ ਪਲੈਨਿੰਗ ਆ। ਮੈਂ ਕੋਈ ਚੋਣਾਂ, ਮੈਨੂੰ ਇੱਕ ਗੱਲ ਦੱਸੋ, ਕੋਈ ਪਾਰਟੀ ਚਾਹੂਗੀ ਵੀ ਇਹ ਕੰਮ ਕਰਕੇ ਅਸੀਂ ਚੋਣਾਂ 'ਚ ਜਿੱਤ ਗਏ? ਜੇ ਚਾਹਣਗੇ ਉਹ ਵੀ ਐਕਸਪੋਜ਼ ਹੋ ਜਾਣਗੇ, ਐਸੀ ਕੋਈ ਗੱਲ ਨਹੀਂ। ਗੁਰੂ ਬੜਾ ਪ੍ਰਤੱਖ ਕਰ ਦਿੰਦਾ ਹਰ ਕੁਝ ਸਾਹਮਣੇ। ਅਸੀਂ ਦੇਖੇ ਆ ਨਾ ਕਿੱਡਾ ਵੱਡਾ ਛਾਨਣਾ ਲੱਗਿਆ ਹੋਇਆ ਕਿਸਾਨੀ ਸੰਘਰਸ਼, ਤੁਸੀਂ ਨਹੀਂ ਦੇਖੇ ਛਾਨਣੇ ਲੱਗੇ? ਸਭ ਕੁਝ ਸਾਹਮਣੇ ਆ ਰਿਹਾ, ਇਹ ਵੀ ਸਾਹਮਣੇ ਆਊਗਾ। ਸੋ ਕੌਮ ਨੂੰ ਇਸ ਵੇਲੇ ਰੋਹ 'ਚ ਆ ਕੇ ਕੋਈ ਇਹੋ ਜਿਹਾ ਸਟੈਪ ਨਹੀਂ ਲੈਣਾ ਚਾਹੀਦਾ ਵੀ ਕੱਲ੍ਹ ਨੂੰ ਅਸੀਂ ਉਸ ਸਟੈਪ ਲਈ ਕਿਸੇ ਬੈਕਫੁੱਟ 'ਤੇ ਜਾ ਕੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਐਕਸਪਲੇਨੇਸ਼ਨ ਦੇਣ ਵੇਲੇ ਵੀ ਸ਼ਰਮ ਆਵੇ। ਅਸੀਂ ਆਪਦਾ ਇਨਸਾਫ ਲੈ ਲਿਆ, ਇਹਨੂੰ ਹੁਣ ਅਸੀਂ, ਬਹੁਤ ਲੋਕ ਇਹਨੂੰ ਸਿਆਸਤ ਲਈ ਵੀ ਵਰਤਣਗੇ, ਇਹਦੇ ਤੇ ਬੜੇ ਮਨੁੱਖੀ ਅਧਿਕਾਰਾਂ ਵਾਲੇ ਵੀ ਵੱਡੀਆਂ ਗੱਲਾਂ ਕਰਨਗੇ, ਹੈ ਨਾ। ਸੋ ਉਹਨਾਂ ਬੰਦਿਆਂ ਨੂੰ ਅਸੀਂ ਕਿਵੇਂ ਹੈਂਡਲ ਕਰਨਾ, ਇੰਟੈਲੈਕਚੁਅਲੀ ਵੀ ਸਾਨੂੰ ਆਉਂਦਾ, ਫਿਲਾਸਫਿਕਲੀ ਵੀ ਸਾਨੂੰ ਆਉਂਦਾ। ਹੁਣ ਕੌਮ ਨੂੰ ਬੜੇ ਜਿਹੜੀ ਸੁਹਿਰਦਤਾ ਨਾਲ ਵਿਚਰਨਾ ਪਊਗਾ। ਕੁਛ ਆਪਦੇ ਇਹੋ ਜਿਹੇ ਅਸੀਂ ਸਟੇਟ ਆਫ ਮਾਈਂਡ ਜਾਂ ਉਸ ਅਵਸਥਾ 'ਚ ਜਾਂ ਉਸ ਸਪੇਸ 'ਚ ਨਾ ਜਾਈਏ ਜਿੱਥੇ ਜਾ ਕੇ ਜੋ ਕੁਝ ਹੋਇਆ ਉਹ ਸਾਡੇ ਹੀ ਉਲਟ ਸਿਰਜ ਦਿੱਤਾ ਜਾਵੇ। ਸੋ ਇਸ ਟਾਈਮ ਸਾਨੂੰ ਏਕੇ 'ਚ ਰਹਿ ਕੇ ਇੱਕ ਉਹ ਆਵਾਜ਼ ਚੱਕਣ ਦੀ ਜ਼ਰੂਰਤ ਆ ਵੀ ਜੇ ਸਾਡੇ ਗੁਰੂ ਦੇ ਅਜ਼ਮਤ 'ਤੇ ਕੋਈ ਇਹੋ ਜਿਹੀ ਗੱਲ ਆਉਂਦੀ ਆ ਫਿਰ ਅਸੀਂ ਆਪਦਾ ਇਨਸਾਫ ਲੈ ਲਾਂਗੇ। ਜੇ ਤੁਹਾਡੇ ਕਿਸੇ ਸਟਰਕਚਰ 'ਚੋਂ, ਤੁਹਾਡੇ ਇਸ ਕਾਨੂੰਨ 'ਚੋਂ ਇਨਸਾਫ ਨਹੀਂ ਮਿਲਿਆ ਤੇ ਸਾਨੂੰ ਆਪਦਾ ਇਨਸਾਫ ਲੈਣਾ ਆਉਂਦਾ ਤੇ ਇਹਦੇ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਜਦੋਂ ਨਿਹੰਗ ਸਿੰਘਾਂ ਨੇ ਉਹ ਦੋਸ਼ੀ ਝਟਕਾਇਆ ਸੀਗਾ ਉਦੋਂ ਤਾਂ ਕਈ ਅਪਗ੍ਰੇਡ ਲੋਕ ਇਹ ਵੀ ਕਹਿੰਦੇ ਰਹੇ ਵੀ ਨਿਹੰਗ ਸਿੰਘਾਂ ਦੀ ਕੋਈ ਕਰਤੂਤ ਦੇਖ ਲਈ, ਇਸ ਨੇ ਬੰਦੇ ਨੇ ਗਲਤ ਕੰਮ ਕਰਦੇ ਦੇਖ ਲਏ ਤੇ ਇਹਨਾਂ ਨੇ ਝਟਕਾ ਦਿੱਤਾ ਦੋਸ਼ੀ ਦੱਸ ਕੇ। ਬਾਈ ਹੁਣ ਜਿਹੜੇ ਇੱਕ ਦੋਜ਼ ਆਰ ਸਿਕ ਮਾਈਂਡਸ, ਜਿਨ੍ਹਾਂ ਦੇ ਦਿਮਾਗੀ ਤੌਰ ਤੇ ਬਿਮਾਰ ਹੋ ਰੱਖੇ ਆ, ਉਹਨਾਂ ਦਾ ਕੀ ਇਲਾਜ ਕਰੋਗੇ? ਜਿਹੜੇ ਬੰਦਿਆਂ 'ਚ ਮਾੜੀ ਮੋਟੀ ਕਿਸੇ ਲੈਵਲ ਤੇ ਇੱਕ ਹਿਊਮੈਨਿਟੀ ਵੀ ਬਚੀ ਆ ਨਾ, ਚਾਹੇ ਮੈਂ ਕਹਿੰਦਾ ਸਿੱਖ ਨਾ ਵੀ ਹੋਵੇ, ਹਿਊਮਨ ਵੈਲਿਊਜ਼ ਹੀ ਹੋਣ, ਉਹ ਵੀ ਇਹ ਗੱਲ ਸਮਝਣਗੇ। ਹੁਣ ਇਹ ਕੀ ਗੱਲ ਇਹਨਾਂ ਨੇ ਕੀਤੀ, ਇਹ ਸੋਚਦੇ ਆ ਵੀ ਨਿਹੰਗ ਸਿੰਘ ਆ ਨਾ ਜਿਹੜੇ, ਉਹ ਵੀ ਸਾਡੇ ਵਾਂਗੂ ਡੋਮੈਸਟੀਕੇਟ ਹੋ ਚੁੱਕੇ ਆ। ਇਹਨਾਂ ਨੂੰ ਇਹ ਗੱਲ ਸਮਝਾਉਣੀ ਪਊਗੀ ਵੀ ਉਹਨਾਂ ਨੂੰ ਤੁਸੀਂ ਡੋਮੈਸਟੀਕੇਟ ਨਹੀਂ ਕਰ ਸਕਦੇ। ਔਰ ਨਿਹੰਗ ਸਿੰਘ ਫੌਜਾਂ ਸਾਡੀ ਰਵਾਇਤ ਦਾ ਹਿੱਸਾ ਨਹੀਂ ਆ ਵੀ ਸਾਡੀ ਕੋਈ ਰਵਾਇਤ 'ਚੋਂ ਉਹ ਗੱਲ ਨਿਕਲੀ ਆ। ਉਹ ਨਿਹੰਗ ਸਿੰਘ ਫੌਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ, ਉਹ ਕਿਸੇ ਕਾਨੂੰਨ ਤੇ ਕਿਸੇ ਰਾਜ ਦੇ ਅਧੀਨ ਨਹੀਂ ਚੱਲਦੀਆਂ। ਉਹ ਅਕਾਲ ਪੁਰਖ ਦੀਆਂ ਫੌਜਾਂ, ਉਹ ਕਿਸੇ ਹੋਰ ਕਾਨੂੰਨ ਜੋ ਅਕਾਲ ਦਾ ਸਿਰਜਿਆ ਹੋਇਆ ਉਹਦੇ ਅਧੀਨ ਚੱਲਦੀਆਂ। ਸੋ ਜਦੋਂ ਤੁਸੀਂ ਇਹਦੇ 'ਚ ਪ੍ਰੋਬਲਮ ਕੀ ਆਉਂਦੀ ਆ? ਪ੍ਰੋਬਲਮ ਇਹ ਆਉਂਦੀ ਆ ਵੀ ਜਿਹੜੀ ਇੱਕ ਮਾਡਰਨ ਐਜੂਕੇਸ਼ਨ ਜਾਂ ਮਾਡਰਨ ਵਰਲਡ ਆ ਨਾ, ਉਹਨਾਂ ਨੇ ਜਿਹੜੀ ਐਥਨਿਸਿਟੀ ਹੁੰਦੀ ਆ, ਜਿਹੜੀਆਂ ਕੌਮਾਂ ਆਪਦੇ ਐਥਨਿਕ ਵੈਲਿਊਜ਼ ਨੂੰ ਜਾਂ ਆਪਦੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਦੀਆਂ ਜਾਂ ਉਹਨਾਂ ਨੇ ਅੱਜ ਤੱਕ ਪ੍ਰੀਜ਼ਰਵ ਕਰ ਰੱਖਿਆ, ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ। ਉਹ ਬੰਦਿਆਂ ਦਾ ਐਵੋਲਿਊਸ਼ਨ ਹੀ, ਸਾਡਾ ਹੁਣ ਇੱਕ ਪ੍ਰੋਸੈਸ ਆਫ ਐਵੋਲਿਊਸ਼ਨ ਹੀ ਇਸ ਤਰ੍ਹਾਂ ਹੋਇਆ ਵੀ ਅਸੀਂ ਹੈ ਹੀ ਇਸ ਤਰ੍ਹਾਂ ਦੇ। ਹੁਣ ਸਾਨੂੰ ਉਹ ਆਪਦੇ ਜਿਹੜੇ ਘੜੇ ਹੋਏ ਫਾਰਮੂਲਾਜ਼ ਆ ਨਾ, ਉਹਦੇ ਹਿਸਾਬ ਨਾਲ ਡਿਫਾਈਨ ਕਰਨ ਲੱਗ ਜਾਂਦੇ ਆ। ਫਿਰ ਉਹਦੇ ਹਿਸਾਬ ਨਾਲ ਸਾਡੇ ਤੇ ਇਹ ਕਹਿੰਦੇ ਆ ਵੀ ਇਹ ਦੇਖੋ ਕ੍ਰਿਮੀਨਲਸ ਆ, ਹੈ ਨਾ, ਇਹ ਤਾਂ ਹਿਊਮਨ ਰਾਈਟਸ ਦੇ ਵਾਇਓਲੇਸ਼ਨ ਹੋਈ ਆ। ਇਹ ਯੂ ਨੋ ਦੈਟ ਕਾਈਂਡ ਆਫ ਲੈਂਗੁਏਜ ਦੇ ਸਟਾਰਟ ਯੂਜ਼ਿੰਗ। ਸੋ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਹਰ ਖਿੱਤੇ 'ਚ ਜਿਹੜੀ ਇੱਕ ਸਿਵਲਾਈਜੇਸ਼ਨ, ਇੱਕ ਪ੍ਰੋਸੈਸ ਆਫ ਐਵੋਲਿਊਸ਼ਨ ਦੇ ਥਰੂ ਇੱਕ ਸੱਭਿਅਤਾ ਵਿਕਸਿਤ ਹੋਈ ਹੈ ਨਾ, ਉਹਨਾਂ ਦੇ ਆਪਦੇ ਰੌ ਰੀਤ ਹੋਊਗੀ, ਉਹਨਾਂ ਦੇ ਆਪਦੇ ਸਿਧਾਂਤ ਹੋਣਗੇ, ਉਹਨਾਂ ਦੀ ਇੱਕ ਆਪਦੀ ਜਿਹੜੀ ਰਿਐਕਟ ਕਰਨ ਦੀ ਵੀ ਇੱਕ ਨੇਚਰ ਹੋਊਗੀ, ਉਹਨਾਂ ਦੇ ਵਿੱਚ ਇੱਕ ਆਪਦਾ ਬਿਹੇਵੀਅਰ ਵੀ ਹੋਊਗਾ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰਕੇ ਸਾਰਾ ਕੁਝ ਹੀ ਵੈਸਟ ਨੇ ਜੋ ਫਾਰਮੂਲਾ ਸਿਰਜਤੇ ਉਸ ਹਿਸਾਬ ਨਾਲ ਲੋਕਾਂ ਨੂੰ ਡਿਫਾਈਨ ਕਰਨ ਲੱਗ ਜਾਓ ਤਾਂ ਇਹ ਤਾਂ ਪ੍ਰੋਬਲਮੈਟਿਕ ਹੀ ਹੈ ਨਾ। ਸੋ ਇਹੀ ਕੁਝ ਹੋਊਗਾ। ਹੁਣ ਵੀ ਤੁਸੀਂ ਦੇਖਿਓ, ਜਦੋਂ ਤੱਕ ਇਹ ਐਥਨਿਸਿਟੀ ਨੂੰ ਐਕਸੈਪਟ ਨਹੀਂ ਕਰਦੇ, ਡਾਇਵਰਸਿਟੀ ਨੂੰ ਐਕਨੋਲੇਜ ਨਹੀਂ ਕਰਦੇ ਵੀ ਡਾਇਵਰਸਿਟੀ ਦਾ ਅਸਲ ਮੀਨਿੰਗ ਕੀ ਆ, ਜਿਹੜਾ ਸਾਡੇ 'ਚ ਰਿਐਕਸ਼ਨ ਐਕਸ਼ਨ ਆ ਨਾ, ਉਹ ਵੀ ਬਾਕੀ ਵੱਖਰੀਆਂ ਕੌਮਾਂ 'ਚ, ਹਰ ਕੌਮ 'ਚ ਵੱਖਰਾ ਹੁੰਦਾ। ਜਿਹੜਾ ਸਾਡੇ 'ਚ ਇੱਕ ਬਿਹੇਵੀਅਰ ਆ ਜਾਂ ਅਸੀਂ ਇੱਕ ਸਿਚੁਏਸ਼ਨ 'ਤੇ ਐਕਟ ਕਿਵੇਂ ਕਰਨਾ, ਇਹ ਵੀ ਹਰ ਇਨਸਾਨ 'ਚ ਵੀ ਵੱਖਰਾ ਹੋਊਗਾ। ਸੋ ਜਦੋਂ ਤੱਕ ਇਹ ਐਥਨਿਸਿਟੀ ਐਂਡ ਡਾਇਵਰਸਿਟੀ ਵੱਖਰੂ ਜਾਂ ਉਹਦੀ ਵਿਸ਼ੇਸ਼ਤਾ ਨਹੀਂ ਸਮਝਦੇ ਐਥਨਿਸਿਟੀ ਦੀ, ਉਦੋਂ ਤੱਕ ਇਹਨਾਂ ਦੇ ਇਹ ਗੱਲਾਂ ਪੱਲੇ ਨਹੀਂ ਪੈਣੀਆਂ। ਤੁਹਾਨੂੰ ਕੀ ਲੱਗਦਾ ਵੀ ਹੁਣ ਇਹ ਘਟਨਾਵਾਂ
ਇਹ ਜਿਹੜੇ ਲੋਕ ਭੇਜਦੇ ਨੇ ਇਹਨਾਂ ਨੂੰ, ਇਹ ਭੇਜੀ ਜਾਣਗੇ ਮਾਨਸਿਕ ਰੋਗੀਆਂ ਨੂੰ, ਜਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਪਤਾ ਉਹਨਾਂ ਨੂੰ ਭੇਜੀ ਜਾਣਗੇ, ਅਸੀਂ ਝਟਕਾਈ ਜਾਵਾਂਗੇ। ਬਸ ਇਹੀ ਹੱਲ ਹੈ, ਜਾਂ ਇਹਨਾਂ ਨੂੰ ਰੋਕਣ ਦਾ ਕੋਈ ਹੱਲ ਹੋ ਸਕਦਾ ਭਵਿੱਖ ਦੇ ਵਿੱਚ? ਕੋਈ ਸਾਨੂੰ ਸਿੱਖਾਂ ਨੂੰ ਕੋਈ ਅਜਿਹੀ ਰਣਨੀਤੀ ਅਪਣਾਉਣੀ ਪੈਣੀ, ਇਹਨਾਂ ਨੂੰ ਰੋਕਿਆ ਜਾਵੇ। ਦੇਖੋ ਗੱਲ ਇਹ ਆ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਸਾਡੇ ਗੁਰੂ ਘਰ ਆ ਉੱਥੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇਹ ਆ ਸਾਡੇ ਲਈ, ਤਾਂ ਉੱਥੇ ਜਿਹੜੇ ਸਾਡੇ ਸਿੰਘ ਆ ਉਹਨਾਂ ਦੀ ਇਹ ਡਿਊਟੀ ਬਣ ਜਾਂਦੀ ਹੈ। ਜਦੋਂ ਗੁਰੂ ਸਾਹਿਬ ਆਪ ਦੇਹੀ ਰੂਪ 'ਚ ਵੀ ਮੌਜੂਦ ਸੀ ਨਾ, ਤਾਂ ਗੁਰੂ ਦੀ ਸੁਰੱਖਿਆ ਜਾਂ ਉਹਨਾਂ ਦਾ ਘੇਰਾ ਜੋ ਹੁੰਦਾ ਸੀ ਉਹ ਬਹੁਤ ਬਾਕਮਾਲ ਹੁੰਦਾ ਸੀ। ਉਹਦੇ 'ਚ ਕੋਈ ਨਹੀਂ ਵੜ ਸਕਦਾ ਹੁੰਦਾ ਸੀ ਵੀ ਗੁਰੂ ਦੇ ਘੇਰੇ 'ਚ ਕੋਈ ਆਏ ਆ ਕੇ ਕਿਸੇ ਤਰ੍ਹਾਂ ਦਾ ਇਨਸਾਨ ਵੜ ਕੇ ਤੇ ਉਹਨਾਂ ਦਾ ਨਿਰਾਦਰ ਕਰੇ। ਸਾਨੂੰ ਉਸ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਹੁਣ ਗੁਰੂ ਘਰ ਨੂੰ ਵੀ ਕਿਸ ਤਰ੍ਹਾਂ ਅਸੀਂ ਸੁਰੱਖਿਆ ਦੇਣੀ ਆ, ਇਹ ਕੌਮ ਨੂੰ ਸੋਚਣਾ ਪਊਗਾ। ਪਹਿਲੀ ਆਪਾਂ ਕਹਿੰਦੇ ਆ ਬਾਈ ਪ੍ਰਗਟ ਗੁਰਾਂ ਕੀ ਦੇ ਮੰਨਦੇ ਨਹੀਂ ਆ, ਨਹੀਂ ਤਾਂ ਉਹ ਘੇਰਾ ਹੋਣਾ ਸੀ। ਬਿਲਕੁਲ, ਹੁਣ ਤਾਂ ਇਹ ਤਾਂ ਜਿਹੜੇ ਪਿੰਡਾਂ 'ਚ ਸਾਡੇ ਗੁਰੂ ਘਰ ਆ ਉਹ ਪਿੰਡ ਵਾਲਿਆਂ ਦੀ ਡਿਊਟੀ ਬਣ ਜਾਂਦੀ ਆ, ਜਿਹੜੇ SGPC ਦੀ ਡਿਊਟੀ ਬਣ ਜਾਂਦੀ ਆ, ਜਿਹੜੀਆਂ ਸਾਡੀਆਂ ਸੰਸਥਾਵਾਂ ਉਹਨਾਂ ਦੀਆਂ ਡਿਊਟੀ ਬਣ ਜਾਂਦੀ ਆ, ਹਨਾ। ਇੱਥੇ ਤੇ ਅਸੀਂ ਤਾਂ ਬਾਈ ਇਹ ਕਹਿਤਾ ਵੀ CCTV ਲਾ ਲਿਓ, ਬਸ ਬੇਅਦਬੀ ਦਿਖ ਜੇਗੀ। ਅਸੀਂ ਬੇਅਦਬੀ ਦੇਖਣੀ ਵੀ ਕਿਉਂ ਹੈ? ਨਹੀਂ ਐਬਸੋਲੂਟਲੀ, ਉਹੀ ਤਾਂ ਮੈਂ ਗੱਲ ਕਰ ਰਿਹਾ ਨਾ। ਸੋ ਇਹ ਤਾਂ ਪਹਿਰੇ ਲਾਉਣੇ ਪੈਣੇ ਆ। ਹੁਣ ਸਮਾਂ ਇਹ ਜਿਹਾ ਚੱਲ ਪਿਆ, ਗੁਰੂ ਤੇ ਪਹਿਰਾ ਲੱਗਦਾ ਸੀ ਪਹਿਲਾਂ ਜਦੋਂ ਦੇਹੀ ਰੂਪ 'ਚ ਗੁਰੂ ਸਾਹਿਬ ਸੀਗੇ, ਸਿੰਘਾਂ ਦਾ ਪਹਿਰਾ ਲੱਗਦਾ ਹੁੰਦਾ ਸੀ, ਤੇ ਹੁਣ ਸਾਨੂੰ ਪਹਿਰੇ ਹੀ ਲਾਉਣੇ ਪੈਣੇ ਆ, ਕਿਉਂਕਿ ਸਾਨੂੰ ਪਤਾ ਜਿਹੜਾ ਦੁਸ਼ਮਣ ਆ ਉਹ ਜਿਸ ਢੰਗ ਨਾਲ ਸਾਡੇ ਤੇ ਵਾਰ ਕਰ ਰਿਹਾ, ਉਹਨੇ ਇਹ ਸਾਰੀ ਗੱਲ ਨੂੰ, ਕਿਉਂਕਿ ਉਹਨਾਂ ਕੋਲ ਇੱਕ ਬਹੁਤ ਵੱਡਾ ਪਲੇਟਫਾਰਮਸ ਵੀ ਉਹਨਾਂ ਕੋਲੇ ਆ, ਸਾਰਾ ਨੈਰੇਟਿਵ ਖੜਾ ਕਰ ਸਕਦੇ ਆ ਉਹ ਇਸ ਗੱਲ ਨੂੰ ਜਿਵੇਂ ਉਹਨੇ ਕ੍ਰੀਏਟ ਕਰ ਦੇਣਾ, ਪ੍ਰੈਜ਼ੈਂਟ ਕਰ ਦੇਣਾ ਲੋਕਾਂ ਦੇ ਸਾਹਮਣੇ, ਵਰਲਡ ਦੇ ਸਾਹਮਣੇ, ਅਸੀਂ ਫੇਰ ਖਤਾ ਖਾ ਜਾਾਂਗੇ। ਸੋ ਸਾਨੂੰ ਇੱਕ ਤਾਂ ਗੁਰੂ ਦੀ ਰੱਖਿਆ ਖਾਤਰ ਪਹਿਰੇ ਵੀ ਲਾਉਣੇ ਪੈਣੇ ਆ, ਤੇ ਇਸ ਗੱਲ ਤੇ ਕੌਮ ਦੇ ਸਕਾਲਰਸ ਨੂੰ, ਇਹ ਕਿਸੇ ਆਪਾਂ ਕਹਿ ਲਈਏ ਵੀ ਇੰਟਰਵਿਊਜ਼ 'ਚ ਹੀ ਇਹ ਗੱਲ ਡਿਸਾਈਡ ਹੋ ਜੇ, ਕੌਮ ਦੇ ਜਿਹੜੇ ਸਕਾਲਰਸ ਆ ਹੈ ਨਾ, ਉਹਨਾਂ ਨੂੰ ਇਸ ਗੱਲ ਤੇ ਬੜੀ ਗੰਭੀਰਤਾ ਨਾਲ ਹੁਣ ਸੋਚਣਾ ਪਊਗਾ। ਇਹ ਕੋਈ ਆਮ ਗੱਲ ਨਹੀਂ ਵਾਪਰ ਰਹੀ, ਜੋ ਵਾਪਰ ਰਿਹਾ ਇੱਥੋਂ ਤੱਕ ਗੱਲ ਪਹੁੰਚ ਗਈ। ਹੁਣ ਤਾਂ ਸਿਚੁਏਸ਼ਨ ਇਹ ਆ ਵੀ ਅਸੀਂ ਆਪਦੀ ਰਿਪਰੈਜ਼ੈਂਟੇਸ਼ਨ ਇਹਨਾਂ ਸਰਕਾਰਾਂ ਜਾਂ ਸਟੇਟ ਤੱਕ ਵੀ ਲੈ ਕੇ ਜਾਈਏ, ਤੇ ਕੌਮ ਦੇ ਸਕਾਲਰਸ ਅਸੀਂ ਇਹਨਾਂ ਘਟਨਾਵਾਂ ਤੋਂ ਬਚੀਏ ਕਿਵੇਂ, ਉਹ ਵੀ ਕੋਈ ਨਾ ਕੋਈ ਇਨਫਰਾਸਟ੍ਰਕਚਰ ਤਿਆਰ ਕਰੀਏ। ਬਿਲਕੁਲ। ਸੋ ਹੁਣ ਤੁਸੀਂ ਅੰਮ੍ਰਿਤਸਰ ਜਾਓਗੇ ਜੀ? ਹਾਂਜੀ, ਮੈਂ ਦਰਬਾਰ ਸਾਹਿਬ ਇੱਥੋਂ ਚੱਲੇ ਆ, ਕਿਉਂਕਿ ਸੰਗਤ ਉੱਥੇ ਕਾਫੀ ਇਕੱਠੀ ਹੋ ਗਈ ਆ, ਤੇ ਸਾਨੂੰ ਇੱਕ ਹੌਸਲਾ ਵੀ ਦੇਣਾ ਚਾਹੀਦਾ, ਤੇ ਕੋਈ ਇਹੋ ਜਿਹੀ ਸਿਚੁਏਸ਼ਨ ਨਾ ਕ੍ਰੀਏਟ ਹੋਵੇ ਵੀ ਜਿਹਦੇ ਨਾਲ ਕੋਈ ਅਣਸੁਖਾਵੀਂ ਗੱਲ ਵਾਪਰੇ, ਹੈ ਨਾ। ਸਾਨੂੰ ਕੋਈ ਨੀਵਾਂ ਦਿਖਾਉਣ ਦੀ ਉਹਨਾਂ ਕੋਲੇ ਕੋਈ ਅਸੀਂ ਕੋਈ ਇਹੋ ਜਿਹੀ ਵਜ੍ਹਾ ਦੇ ਦਈਏ। ਸੋ ਮੇਰੇ ਖਿਆਲ 'ਚ ਜ਼ਰੂਰੀ ਆ ਇਸ ਵੇਲੇ ਸਾਰੇ ਸੁਹਿਰਦ ਬੰਦਿਆਂ ਨੂੰ ਵੀ ਇਸ ਸਿਚੁਏਸ਼ਨ ਨੂੰ ਹੈਂਡਲ ਕਿਵੇਂ ਕਰਨਾ, ਸਾਨੂੰ ਇਹ ਸੋਚਣਾ ਚਾਹੀਦਾ। ਉਦੋਂ ਆਲੋਚਨਾ ਹੋਈ ਸੀਗੀ ਗਿਆਨੀ ਰਘਵੀਰ ਸਿੰਘ ਜੀ ਦੀ, ਕੇਸਗੜ੍ਹ ਸਾਹਿਬ ਜਥੇਦਾਰ ਸਾਹਿਬ ਦੀ, ਵੀ ਮੌਕੇ 'ਤੇ ਝਟਕਾ ਦੇਣਾ ਚਾਹੀਦਾ ਸੀ, ਹੁਣ ਝਟਕਾ ਦਿੱਤਾ ਗਿਆ। ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਕਿਹਾ ਵੀ ਬਹੁਤ ਵਧੀਆ ਕੰਮ ਹੋਇਆ, ਹੁਣ ਉਹਨਾਂ ਦੀ ਸ਼ਲਾਘਾ ਵੀ ਕਰਦੇ ਹੋ? ਬਿਲਕੁਲ ਕਰਾਂਗੇ ਜੀ। ਜਿਹੜੀ ਗੱਲ ਤੁਹਾਨੂੰ ਬਹੁਤ ਪਹਿਲਾਂ ਕਰ ਦੇਣੀ ਚਾਹੀਦੀ ਸੀ, ਜੇ ਅੱਜ ਵੀ ਤੁਸੀਂ ਗੁਰੂ ਦੇ ਲੜ ਲੱਗ ਗਏ ਹੋ, ਗੁਰੂ ਦੀ ਸ਼ਰਨ 'ਚ ਆ ਗਏ ਹੋ, ਤੇ ਸਿਧਾਂਤਾਂ ਤੇ ਖਰੇ ਉਤਰੇ ਹੋ, ਤੇ ਸ਼ਲਾਘਾ ਕਿਉਂ ਨਹੀਂ ਕਰਾਂਗੇ? ਫਿਰ ਤਾਂ ਸ਼ਲਾਘਾ ਕਰਾਂਗੇ, ਹੈ ਨਾ। ਸੋ ਇਹ ਗੱਲ ਬਹੁਤ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਆਪਦਾ ਰੋਲ ਅਦਾ ਕਰ ਦੇਣਾ ਚਾਹੀਦਾ ਸੀ, ਕਿਉਂਕਿ ਤੁਸੀਂ ਉਹ ਸੰਸਥਾ ਹੋ ਜਿਨ੍ਹਾਂ ਕੋਲੇ ਸਾਰਾ ਪ੍ਰਬੰਧ ਆ ਸਾਡੇ ਸਥਾਨਾਂ ਦਾ। ਸੋ ਜੇ ਉਹ ਸੰਸਥਾ ਕਿਤੇ ਪਹਿਲਾਂ ਚੂਕ ਕਰਦੀ ਸੀ ਤਾਂ ਫਿਰ ਪੰਥ ਖੜਾ ਹੋ ਜਾਂਦਾ ਸੀ, ਪੰਥ ਆਵਾਜ਼ ਚੱਕਦਾ ਸੀ ਤੁਹਾਡੇ ਵਿਰੁੱਧ। ਅੱਜ ਪੰਥ ਤੁਹਾਡੀ ਬੱਲੇ ਬੱਲੇ ਵੀ ਕਰੂਗਾ, ਇਹ ਵੀ ਦੇਖ ਲਿਓ ਤੁਸੀਂ, ਕਿਉਂਕਿ ਤੁਸੀਂ ਗੁਰੂ ਦੇ ਸਿਧਾਂਤ ਤੇ ਖਰੇ ਉਤਰੇ ਹੋ। ਗੱਲ ਤਾਂ ਸਿਧਾਂਤ ਦੀ ਹੈ ਨਾ, ਆਪਾਂ ਇੱਥੇ ਕਿਸੇ ਦੇ ਵਿਰੋਧ ਇਸ ਕਰਕੇ ਥੋੜ੍ਹੀ ਕਰ ਰਹੇ ਹਾਂ ਵੀ ਸਾਡੇ ਅੰਦਰ ਨਫ਼ਰਤ ਪਈ ਆ। ਵਿਰੋਧ ਸਿਧਾਂਤ ਤੇ ਕੀਤਾ ਜਾ ਰਿਹਾ, ਨਫ਼ਰਤ ਚੋਂ ਨਹੀਂ। ਬਿਲਕੁਲ। ਸੋ ਇਹ ਸੀ ਦੀਪ ਸਿੱਧੂ ਜਿਨ੍ਹਾਂ ਨੇ ਕਿਹਾ ਕਿ ਉਦੋਂ ਬੇਸ਼ੱਕ ਆਲੋਚਨਾ ਹੋਈ ਸੀਗੀ, ਪਰ ਹੁਣ ਇਹ ਕੰਮ ਜੇ ਦਰੁਸਤ ਸ਼੍ਰੋਮਣੀ ਕਮੇਟੀ ਨੇ ਇਹ ਕੰਮ ਕੀਤਾ ਹੈ, ਉਹਨਾਂ ਦੇ ਸੇਵਾਦਾਰਾਂ ਨੇ ਕੀਤਾ ਹੈ, ਤਾਂ ਉਹਨਾਂ ਦੀ ਸ਼ਲਾਘਾ ਵੀ ਜ਼ਰੂਰ ਕੀਤੀ ਜਾਵੇਗੀ, ਤੇ ਇਹ ਸ਼ਲਾਘਾਯੋਗ ਕੰਮ ਕੀਤਾ। ਹਾਲਾਂਕਿ ਹੈ ਇਹ ਦੁਖਦਾਇਕ ਹੈ, ਮੰਦਭਾਗੀ ਘਟਨਾ ਹੈ, ਪਰ ਦੋਸ਼ੀ ਨੂੰ ਸੋਧਾ ਲਾਉਣਾ ਇੱਕ ਚੰਗੀ ਗੱਲ ਹੈ ਵੀ ਮੌਕੇ ਦੇ ਉੱਤੇ ਜਿਹੜਾ ਸੋਧਾ ਲਗਾ ਕੇ ਉਹਦਾ ਹਿਸਾਬ ਕਰ ਦਿੱਤਾ ਗਿਆ, ਇਨਸਾਫ ਜਿਹੜਾ ਹੈਗਾ ਮੌਕੇ 'ਤੇ ਹੀ ਕਰ ਦਿੱਤਾ ਗਿਆ। ਸੋ ਇਹ ਸੀ ਦੀਪ ਸਿੱਧੂ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਸ੍ਰੀ ਭੱਠਾ ਸਾਹਿਬ।